श्री वाहिगुरु साहिब जीओ। छाई जाती एकता अनेकता बिलाई जाती, होबती कुचीलता कतेबन कुरान की। पाप ही परपक जाते धर्म तसक जाते, बारन गरक जाते सहत विधान की। देवी देव देह रे संतोख सिंह दूर होते, रीत मिट जाती कथा वेदन पुराण की। श्री गुरु गोबिंद सिंह पावन परम सूर, मूर्त न होती जो पै करुणा निधान की। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਪਹਾੜੀ ਰਾਜਿਆਂ ਦੇ ਵਿਚਕਾਰ ਕਈ ਦਿਨਾਂ ਤੋਂ ਜੰਗ ਛਿੜਿਆ ਹੋਇਆ ਸੀ। ਤਾਂ ਇਸ ਜੰਗ ਦੇ ਵਿੱਚ ਬਹੁਤ ਵੱਡੇ ਵੱਡੇ ਯੋਧੇ ਸੂਰਮੇ ਉਹ ਵੀ ਮਾਰੇ ਜਾਂਦੇ ਹਨ ਅਤੇ ਇਸ ਜੰਗ ਦੇ ਵਿੱਚ ਬਹੁਤ ਸਾਰੇ ਘੋੜੇ ਆਦਿ ਮਾਰੇ ਜਾਂਦੇ ਹਨ। ਤਾਂ ਪਹਾੜੀ ਰਾਜਿਆਂ ਨੇ ਜਦ ਮਸਤ ਹਾਥੀ ਦੇ ਨਾਲ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਭਾਈ ਬਚਿੱਤਰ ਸਿੰਘ ਦੀ ਡਿਊਟੀ ਲਾਈ। ਤਾਂ ਭਾਈ ਬਚਿੱਤਰ ਸਿੰਘ ਨੇ ਇਹੋ ਜਿਹੀ ਨਾਗਨੀ ਉਸ ਖੂਨੀ ਹਾਥੀ ਦੇ ਮੱਥੇ ਦੇ ਵਿੱਚ ਮਾਰੀ ਕਿ ਉਹ ਹਾਥੀ ਚੰਗਿਆੜਾ ਮਾਰਦਾ ਹੋਇਆ ਪਿੱਛੇ ਨੂੰ ਦੌੜ ਜਾਂਦਾ ਹੈ। ਉਹਨਾਂ ਪਹਾੜੀਆਂ ਦੀਆਂ ਫੌਜਾਂ ਨੂੰ ਹੀ ਲਤਾੜਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨੇ ਆਪਣੇ ਪੈਰਾਂ ਦੇ ਥੱਲੇ ਮਸਲ ਕੇ ਪਤਾ ਨਹੀਂ ਕਿੰਨੇ ਕੁ ਪਹਾੜੀਆਂ ਦੇ ਯੋਧੇ ਸੂਰਮੇ ਮਾਰ ਦਿੱਤੇ। ਔਰ ਇਸ ਦੇ ਸੁੰਡ ਦੇ ਨਾਲ ਇੱਕ ਫੌਲਾਦੀ ਲੋਹੇ ਦੀ ਕਿਰਪਾਨ ਬੰਨੀ ਹੋਈ ਸੀ, ਇਸ ਦੇ ਨਾਲ ਵੀ ਬੜੇ ਫੱਟੜ ਹੋਏ ਬਰੇ ਮਾਰੇ ਗਏ। ਤਾਂ ਭਾਈ ਉਦੇ ਸਿੰਘ ਦੀ ਡਿਊਟੀ ਸਤਿਗੁਰਾਂ ਇਹ ਲਾਈ ਸੀ ਕਿ ਜੋ ਐਡੀ ਫੌਜ ਨੂੰ ਚੜ੍ਹਾ ਕੇ ਲੈ ਕੇ ਆਉਂਦਾ ਹੈ, ਖੂਨੀ ਹਾਥੀ ਨੂੰ ਤਿਆਰ ਕਰਕੇ ਲੈ ਕੇ ਆਇਆ, ਉਸ ਕੇਸਰੀ ਚੰਦ ਨੂੰ ਵੀ ਇਸੇ ਯੁੱਧ ਦੇ ਵਿੱਚ ਖਤਮ ਕੀਤਾ ਜਾਵੇ। ਤਾਂ ਭਾਈ ਉਦੇ ਸਿੰਘ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਉਸ ਕੇਸਰੀ ਚੰਦ ਦਾ ਸਿਰ ਵੱਢ ਕੇ ਲੈ ਕੇ ਆਂਦਾ। ਤਾਂ ਕਈ ਦਿਨਾਂ ਤੱਕ ਜੰਗ ਹੁੰਦਾ ਰਿਹਾ। ਤਾਂ ਭੀਮ ਚੰਦ ਬੜਾ ਉਦਾਸ ਹੋਇਆ। ਤਾਂ ਕਟੋਚ ਦਾ ਰਾਜਾ ਘਮੰਡ ਚੰਦ ਉਹ ਕਹਿਣ ਲੱਗਿਆ ਭੀਮ ਚੰਦ ਨੂੰ ਕਿ ਦੇਖੋ, ਤੁਸੀਂ ਉਦਾਸ ਨਾ ਹੋਵੋ, ਔਰ ਜੇਕਰ ਆਪਣੇ ਮਰੇ ਹੋਏ ਯੋਧੇ ਸੂਰਮਿਆਂ ਦਾ ਅਫਸੋਸ ਹੀ ਕਰਨਾ ਸੀ, ਸ਼ੋਕ ਕਰਨਾ ਸੀ, ਤਾਂ ਐਡਾ ਵੱਡਾ ਗੁਰੂ ਜੀ ਦੇ ਨਾਲ ਜੰਗ ਕਾਹਨੂੰ ਛੇੜਨਾ ਸੀ। ਤਾਂ ਤੁਸੀਂ ਹੌਸਲਾ ਰੱਖੋ, ਕੱਲ੍ਹ ਦੇ ਦਿਨ ਮੈਂ ਜੰਗ ਦੇ ਵਿੱਚ ਜਾਵਾਂਗਾ, ਬੜਾ ਘਮਸਾਣ ਦਾ ਜੰਗ ਕਰਾਂਗਾ, ਫਤਿਹ ਪ੍ਰਾਪਤ ਕਰਾਂਗਾ। ਤਾਂ ਅਗਲੇ ਦਿਨ ਕਟੋਚ ਦਾ ਰਾਜਾ ਘਮੰਡ ਚੰਦ ਇਹ ਬਹੁਤ ਸਾਰੀ ਫੌਜ ਨੂੰ ਲੈ ਕੇ ਜਾਂਦਾ ਹੈ।
ਤਾਂ ਜਦ ਅੱਗੇ ਗੁਰੂ ਕੇ ਯੋਧੇ ਸੂਰਮਿਆਂ ਦੇ ਨਾਲ ਟਾਕਰਾ ਹੁੰਦਾ ਹੈ ਤਾਂ ਉਸ ਟਾਈਮ ਪਹਿਲੇ ਤੇ ਘਮੰਡ ਚੰਦ ਗੁਰੂ ਕੇ ਯੋਧੇ ਸੂਰਮਿਆਂ 'ਤੇ ਭਾਰੂ ਰਹਿੰਦਾ ਹੈ। ਬਾਅਦ ਦੇ ਵਿੱਚ ਭਾਈ ਆਲਮ ਸਿੰਘ ਨੇ ਇੱਕ ਗੋਲੀ ਦਾ ਨਿਸ਼ਾਨਾ ਮਾਰਿਆ ਤਾਂ ਇਹ ਘਮੰਡ ਚੰਦ ਭਾਵੇਂ ਉਸ ਗੋਲੀ ਦੇ ਨਿਸ਼ਾਨੇ ਤੋਂ ਤੇ ਬਚ ਗਿਆ, ਪਰ ਇਸ ਦੇ ਘੋੜੇ ਨੂੰ ਜ਼ਰੂਰ ਇਹ ਗੋਲੀ ਲੱਗ ਜਾਂਦੀ ਹੈ। ਘੋੜੇ ਦੀ ਗਰਦਨ ਦੇ ਉੱਪਰ ਗੋਲੀ ਲੱਗੀ, ਉਹ ਧਰਤੀ 'ਤੇ ਡਿੱਗ ਜਾਂਦਾ ਹੈ। ਘਮੰਡ ਚੰਦ ਇੱਕ ਓਟ ਲੈ ਕੇ, ਆਸਰਾ ਲੈ ਕੇ, ਓਹਲੇ ਹੋ ਕੇ ਉੱਥੋਂ ਆਪਣੇ ਤੀਰ ਚਲਾਉਂਦਾ ਹੈ, ਜਿਸ ਦੇ ਨਾਲ ਵੀ ਬੜੇ ਗੁਰੂ ਕੇ ਯੋਧੇ ਸੂਰਮਿਆਂ ਦਾ ਨੁਕਸਾਨ ਹੁੰਦਾ ਹੈ। ਬੜੇ ਪੱਟੜ ਹੋ ਜਾਂਦੇ ਹੈ, ਕੋਈ ਸ਼ਹੀਦ ਵੀ ਹੋ ਜਾਂਦੇ ਹਨ। ਤਾਂ ਜਿਸ ਟਾਈਮ ਇਹ ਘਮੰਡ ਚੰਦ ਇਸ ਓਹਲੇ ਦੇ ਵਿੱਚੋਂ ਉੱਠਣ ਲੱਗਿਆ ਤਾਂ ਉਸ ਟਾਈਮ ਬੜਾ ਘਮਸਾਨ ਦਾ ਜੰਗ ਚੱਲ ਰਿਹਾ ਸੀ। ਕਿਸੇ ਯੋਧੇ ਸੂਰਮੇ ਦੀ ਗੋਲੀ ਦਾ ਨਿਸ਼ਾਨ ਇਸ ਦੇ ਸਰੀਰ ਦੇ ਕਿਸੇ ਅੰਗ 'ਤੇ ਲੱਗਿਆ, ਮਰਨ ਤੋਂ ਤੇ ਭਾਵੇਂ ਦੁਬਾਰਾ ਫਿਰ ਬਚ ਗਿਆ, ਪਰ ਫੱਟੜ ਹੋਇਆ, ਜ਼ਖਮੀ ਹੋਇਆ। ਭੀਮ ਚੰਦ ਨੇ ਦੇਖਿਆ ਜੋ ਆਪਣੀ ਸੈਨਾ ਦੇ ਪਿੱਛੇ ਹੀ ਸੀ, ਤਾਂ ਇਸ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਗੇ ਸੈਨਾ ਭੇਜ ਦਿੱਤੀ ਕਿ ਅੱਗੇ ਜਾ ਕੇ ਰਾਜਾ ਘਮੰਡ ਚੰਦ ਦੀ ਮਦਦ ਕਰੋ, ਸਹਾਇਤਾ ਕਰੋ। ਉਹ ਬੜੀ ਛੇਤੀ ਦੇ ਨਾਲ ਪਹੁੰਚੇ ਅਤੇ ਜ਼ਖਮੀ ਹੋਏ ਘਮੰਡ ਚੰਦ ਨੂੰ ਪਿੱਛੇ ਲੈ ਜਾਂਦੇ ਹੈ। ਤਾਂ ਜਦ ਰਾਤ ਦੇ ਟਾਈਮ, ਰਾਤ ਦੇ ਸਮੇਂ ਸਾਰੀ ਸੈਨਾ ਵਾਪਸ ਆਈ, ਘਮੰਡ ਚੰਦ ਦੇ ਪਾਸ ਸਾਰੇ ਪਹਾੜੀ ਰਾਜੇ ਰਾਣੇ ਇਕੱਠੇ ਹੋਏ ਤਾਂ ਉਸ ਟਾਈਮ ਬਹੁਤ ਸਾਰੀਆਂ ਵਿਚਾਰਾਂ ਕਰਨ ਲੱਗੇ। ਵੱਡੀਆਂ ਵੱਡੀਆਂ ਮਿਸਾਲਾਂ ਜਗਾ ਕੇ ਚਾਨਣ ਕੀਤਾ, ਰੋਸ਼ਨੀ ਕੀਤੀ ਅਤੇ ਆਪਣੀ ਪੂਰੀ ਸਭਾ ਲਗਾ ਲਈ ਹੈ, ਕਚਹਿਰੀ ਲਗਾ ਲਈ ਹੈ। ਤਾਂ ਇੱਥੇ ਬਹੁਤ ਪਹਾੜੀ ਰਾਜੇ ਰਾਣੇ ਸਾਰੇ ਇਕੱਠੇ ਹੋਏ ਤਾਂ ਆਪਸ ਵਿੱਚ ਵਿਚਾਰਾਂ ਕਰਨ ਲੱਗੇ। ਭੀਮ ਚੰਦ ਕਹਿਣ ਲੱਗਿਆ, ਦੇਖੋ ਆਪਾਂ ਜੋ ਰਾਜਨੀਤੀ ਦੇ 3 ਉਪਾਅ ਹਨ, ਸ਼ਾਮ, ਦਾਮ ਅਤੇ ਭੇਦ, ਇਹਨਾਂ ਨੂੰ ਕੀਤਾ ਹੀ ਨਹੀਂ ਹੈ। ਭਾਵੇਂ 4 ਉਪਾਅ, ਚੌਥਾ ਉਪਾਅ ਦੰਡ ਹੈ, ਔਰ ਦੰਡ ਆਪਾਂ ਪਹਿਲੇ ਵਰਤ ਲਿਆ। ਰਾਜਨੀਤੀ ਦੇ ਉਪਾਅ ਹਨ ਕਿ ਸ਼ਾਮ, ਦਾਮ, ਦੰਡ, ਭੇਦ। ਦੁਸ਼ਮਣ ਦੀ ਸ਼ਾਮ ਸ਼ਰਨ ਦੇ ਵਿੱਚ ਪੈ ਜਾਣਾ, ਦਾਮ ਧਨ ਦੇ ਨਾਲ ਆਪਣਾ ਕਾਰਜ ਰਾਸ ਕਰਨਾ, ਜਾਂ ਭੇਤ ਲੈ ਕੇ। ਤਾਂ ਜੇਕਰ ਤਿੰਨੇ ਉਪਾਵਾਂ ਦੇ ਨਾਲ ਕਾਰਜ ਨਾ ਸਰੇ ਤਾਂ ਕਹਿਣ ਲੱਗਿਆ ਦੰਡ ਨੀਤੀ ਯੁੱਧ ਕਰਨਾ ਇਹ ਲਾਜ਼ਮੀ ਜ਼ਰੂਰੀ ਹੁੰਦਾ ਹੈ। ਤਾਂ ਆਪਾਂ 3 ਉਪਾਅ ਨਹੀਂ ਕੀਤੇ, ਚੌਥਾ ਦੰਡ ਪਹਿਲਾਂ ਵਰਤ ਲਿਆ ਹੈ, ਪਰ ਆਪਾਂ ਕਈ ਵਾਰ ਗੁਰੂ ਜੀ ਦੇ ਨਾਲ ਜੰਗ ਕਰ ਕਰਕੇ ਆਪਣੀਆਂ ਬੜੀਆਂ ਫੌਜਾਂ ਮਰਵਾ ਲਈਆਂ ਹਨ, ਬੜੇ ਵੱਡੇ ਵੱਡੇ ਯੋਧੇ ਸੂਰਮੇ ਮਰਵਾ ਲਏ ਹਨ, ਪਰ ਆਪਣਾ ਕਾਰਜ ਕੋਈ ਵੀ ਰਾਸ ਨਹੀਂ ਹੋਇਆ। ਗੁਰੂ ਜੀਆਂ 'ਤੇ ਜਿੱਤ ਕਦੇ ਵੀ ਪ੍ਰਾਪਤ ਨਹੀਂ ਕਰ ਸਕੇ। ਤਾਂ ਆਪਸ ਵਿੱਚ ਰਾਜੇ ਰਾਣੇ ਵਿਚਾਰਾਂ ਕਰਨ ਲੱਗੇ ਕਿ ਦੇਖੋ ਆਪਾਂ ਨੂੰ ਦੰਡ ਨੀਤੀ ਨੂੰ ਛੱਡ ਕੇ ਪਹਿਲੇ ਸ਼ਾਮ, ਦਾਮ ਅਤੇ ਭੇਦ ਨੀਤੀ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਤਾਂ ਇਹਨਾਂ ਨੇ ਇਸ ਤਰ੍ਹਾਂ ਵਿਚਾਰਾਂ ਕੀਤੀਆਂ ਤਾਂ ਜੋ ਇਹਨਾਂ ਦੇ ਯੁੱਧ ਦੇ ਵਿੱਚ ਜ਼ਖਮੀ ਹੋਏ ਸਨ, ਪੱਟੜ ਹੋਏ ਸਨ ਯੋਧੇ ਸੂਰਮੇ, ਉਹਨਾਂ ਦੀ ਸੰਭਾਲ ਕੀਤੀ। ਜਿਨ੍ਹਾਂ ਦੇ ਕਿਸੇ ਦੇ ਇਸ ਜੰਗ ਦੇ ਵਿੱਚ ਹੱਥ ਟੁੱਟ ਗਏ ਸਨ, ਕਿਸੇ ਦੇ ਪੈਰ ਵੱਢਿਆ ਗਿਆ, ਕਿਸੇ ਦੇ ਕਿਸੇ ਤਰ੍ਹਾਂ, ਤਾਂ ਉਹ ਉੱਚੀ ਉੱਚੀ ਹਾਏ ਬਿਰਲਾਪ ਕਰ ਰਹੇ ਸਨ। ਇਹਨਾਂ ਨੇ ਇਹਨਾਂ ਦੀ ਸਹਾਇਤਾ ਕੀਤੀ, ਸੰਭਾਲ ਕੀਤੀ। ਦੂਸਰੇ ਪਾਸੇ ਗੁਰੂ ਕੇ ਯੋਧੇ ਸੂਰਮੇ ਉਹ ਜੋ ਕੁਝ ਕੋ ਵੀ ਜ਼ਖਮੀ ਹੋ ਗਏ ਸਨ, ਉਹਨਾਂ ਦੀ ਵੀ ਸਿੰਘਾਂ ਨੇ ਸੰਭਾਲ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਕੁਝ ਕੁ ਯੋਧੇ ਸੂਰਮੇ ਪਹੁੰਚੇ ਅਤੇ ਸਾਰੇ ਦਿਨ ਦੀ ਜੰਗ ਦੀ ਵਾਰਤਾ ਸੁਣਾਈ ਕਿ ਸੱਚੇ ਪਾਤਸ਼ਾਹ ਇਉਂ ਕਰਕੇ ਘਮੰਡ ਚੰਦ ਅੱਜ ਸਿੰਘਾਂ 'ਤੇ ਭਾਰੂ ਰਿਹਾ, ਪਰ ਆਖਰਕਾਰ ਕਿਸੇ ਸਿੰਘ ਦੀ ਗੋਲੀ ਲੱਗਣ ਦੇ ਨਾਲ ਉਹ ਫੱਟੜ ਹੋ ਗਿਆ, ਪਿੱਛੇ ਦੌੜ ਜਾਂਦਾ ਹੈ। ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਦੱਸੀਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ। ਇੱਧਰ ਪਹਾੜੀ ਰਾਜੇ ਭੀਮ ਚੰਦ ਵਰਗੇ ਇਸ ਤਰ੍ਹਾਂ ਵਿਚਾਰਾਂ ਕਰਦੇ ਹਨ ਕਿ ਦੇਖੋ ਹੁਣ ਆਪਣੇ ਵੱਡੇ ਵੱਡੇ ਯੋਧੇ ਸੂਰਮੇ ਇਸ ਜੰਗ ਦੇ ਵਿੱਚ ਮਾਰੇ ਗਏ ਹਨ, ਹੁਣ ਤੇ ਆਪਾਂ ਨੂੰ ਪਿੱਛੇ ਹੀ ਹਟ ਜਾਣਾ ਚਾਹੀਦਾ ਹੈ, ਜੰਗ ਰੋਕ ਦੇਣਾ ਚਾਹੀਦਾ ਹੈ। ਔਰ ਆਪਣੇ ਵਿੱਚ ਕੋਈ ਐਸਾ ਯੋਧਾ ਸੂਰਮਾ ਨਹੀਂ ਜਿਹੜਾ ਗੁਰੂ ਜੀਆਂ ਦੇ ਅੱਗੇ ਹੋ ਕੇ ਯੁੱਧ ਕਰ ਸਕੇ। ਤਾਂ ਸਕੇਤ ਮੰਡੀ ਦਾ ਰਾਜਾ ਜੋ ਪਹਿਲੇ ਹੀ ਇਹਨਾਂ ਨੂੰ ਸਮਝਾਇਆ ਕਰਦਾ ਸੀ ਕਿ ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਹੈ, ਇਹਨਾਂ ਦੇ ਨਾਲ ਮੱਥਾ ਲਾਉਣਾ ਠੀਕ ਨਹੀਂ ਹੈ, ਇਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਆਪਣੀ ਮਨੋਕਾਮਨਾ ਪੂਰੀ ਕੀਤੀ ਜਾ ਸਕਦੀ ਹੈ।
ਯੁੱਧ ਕਰਕੇ ਜੰਗ ਕਰਕੇ ਕੋਈ ਵੀ ਇਹਨਾਂ ਦੇ ਨਾਲ ਬਰਾਬਰੀ ਸਮਤਾਈ ਨਹੀਂ ਕਰ ਸਕਦਾ। ਤਾਂ ਉਸ ਟਾਈਮ ਸੁਕੇਤ ਮੰਡੀ ਦਾ ਰਾਜਾ ਫਿਰ ਇਹਨਾਂ ਨੂੰ ਸਮਝਾਉਣ ਲੱਗਿਆ, ਦੇਖੋ ਮੈਂ ਤੇ ਪਹਿਲੇ ਹੀ ਤੁਹਾਨੂੰ ਰੋਕਦਾ ਸੀ ਇਸ ਗੱਲ ਤੋਂ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਦੁਨੀਆ ਦੇ ਭਲੇ ਦੇ ਵਾਸਤੇ, ਉਧਾਰ ਦੇ ਵਾਸਤੇ ਆਏ ਹਾਂ, ਪਰ ਆਪਾਂ ਕਿਸ ਤਰ੍ਹਾਂ ਆਪਣੀਆਂ ਫੌਜਾਂ ਲੈ ਕੇ ਇਹਨਾਂ ਦੇ ਨਾਲ ਜੰਗ ਕਰਨ ਦੇ ਵਾਸਤੇ ਪਹੁੰਚ ਗਏ, ਆਪਣੇ ਵਾਸਤੇ ਬਿਲਕੁਲ ਗੱਲ ਚੰਗੀ ਨਹੀਂ ਹੈ। ਆਪਣੇ ਵਾਸਤੇ ਇਹ ਕਿਸੇ ਵੀ ਤਰ੍ਹਾਂ ਸੁਖਦਾਈ ਨਹੀਂ ਹੋਵੇਗੀ, ਅੱਗੇ ਦੁਖਦਾਈ ਹੀ ਹੋਵੇਗੀ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਹਨ। ਤਾਂ ਆਖਰਕਾਰ ਇਹਨਾਂ ਨੇ ਇਹ ਗੱਲ ਠਹਿਰਾਈ ਕਿ ਹੁਣ ਆਪੋ ਆਪਣੀਆਂ ਰਿਆਸਤਾਂ ਨੂੰ ਵਾਪਸ ਚਲੇ ਜਾਂਦੇ ਹਾਂ, ਔਰ ਕਿਸੇ ਹੋਰ ਨੀਤੀ ਦੇ ਅਨੁਸਾਰ, ਸ਼ਾਮ ਦਾਮ ਦਾ ਭੇਦ ਦੇ ਅਨੁਸਾਰ ਗੁਰੂ ਜੀਆਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਜਾਵੇਗੀ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਬਿਨਾ ਲਰਨ ਤੇ ਅਪਰ ਉਪਾਏ। ਤਾਂ ਉਸ ਟਾਈਮ ਘਮੰਡ ਚੰਦ ਦੇ ਡੇਰੇ ਦੇ ਵਿੱਚ ਉਸ ਸਥਾਨ 'ਤੇ ਸਾਰੇ ਰਾਜੇ ਰਾਣੇ ਇਕੱਠੇ ਹੋਏ। ਤਾਂ ਭੀਮ ਚੰਦ ਕਹਿਣ ਲੱਗਿਆ ਕਿ ਦੇਖੋ, ਲੜਨ ਤੋਂ ਬਿਨਾਂ ਹੋਰ ਕੋਈ ਉਪਾਅ ਕਰਕੇ ਆਪਾਂ ਗੁਰੂ ਜੀਆਂ 'ਤੇ ਜਿੱਤ ਪ੍ਰਾਪਤ ਕਰਾਂਗੇ। ਕਰੇ ਸਰਬ ਲੈ ਪੁਰੀ ਛੁਟਾਏ। ਤਾਂ ਸ਼ਾਮ ਦਾਮ ਭੇਦ ਨੀਤੀ ਆਦਿ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਗੁਰੂ ਜੀਆਂ ਤੋਂ ਆਨੰਦਪੁਰੀ ਨੂੰ ਛੁਡਵਾ ਲਵਾਂਗੇ। ਪਾਪੀ ਪੰਮੇ ਤਵੇ ਉਚਾਰੀ। ਤਾਂ ਪਾਪੀ ਪੰਮਾ ਜੋ ਭੀਮ ਚੰਦ ਦਾ ਵਜ਼ੀਰ ਸੀ, ਇਹ ਉਸ ਟਾਈਮ ਸਾਰੀਆਂ ਗੱਲਾਂ ਬਾਤਾਂ ਸੁਣ ਕੇ ਕਹਿਣ ਲੱਗਦਾ ਹੈ, ਕਰੋ ਨਾ ਚਿੰਤਾ ਹਿਰਦੈ ਮਝਾਰੀ। ਤਾਂ ਇਹ ਆਪਣੇ ਵੱਲੋਂ ਕਹਿਣ ਲੱਗਿਆ ਕਿ ਦੇਖੋ, ਤੁਸੀਂ ਹੁਣ ਕਿਸੇ ਵੀ ਗੱਲ ਦੀ ਚਿੰਤਾ ਹਿਰਦੇ ਦੇ ਵਿੱਚ ਨਾ ਕਰੋ। ਏਕ ਯਤਨ ਮੈਂ ਕਰਹੁ ਐਸੇ। ਔਰ ਇੱਕ ਇਸ ਤਰ੍ਹਾਂ ਦਾ ਮੈਂ ਯਤਨ ਕਰਾਂਗਾ ਕਿ ਜਿਸ ਤਰ੍ਹਾਂ ਗੁਰੂ ਜੀ ਤੇ ਸੌਖੇ ਹੀ ਆਪਾਂ ਜਿੱਤ ਪ੍ਰਾਪਤ ਕਰ ਲਵਾਂਗੇ। ਛੋਰੇ ਆਨੰਦਪੁਰ ਸਤਿਗੁਰ ਜੈਸੇ। ਇਸ ਤਰ੍ਹਾਂ ਦਾ ਉਪਾਅ ਮੈਂ ਕਰਾਂਗਾ ਕਿ ਗੁਰੂ ਜੀ ਆਪਣੇ ਆਪ ਇਸ ਆਨੰਦਪੁਰੀ ਨੂੰ ਛੱਡ ਕੇ ਚਲੇ ਜਾਣਗੇ। ਅਬ ਸਭ ਗਮਨੋ ਨਿਜ ਨਿਜ ਦੇਸ਼। ਭੀਮ ਚੰਦ ਦਾ ਵਜ਼ੀਰ ਪੰਮਾ ਨਾਮ ਕਰਕੇ ਇਹ ਕਹਿਣ ਲੱਗਿਆ ਕਿ ਦੇਖੋ, ਹੁਣ ਆਪੋ ਆਪਣੀਆਂ ਰਿਆਸਤਾਂ ਨੂੰ ਵਾਪਸ ਚੱਲੀਏ ਜਾਈਏ, ਔਰ ਤਾਂ ਤੇ ਕਿਸੇ ਨੀਤੀ ਦੇ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਜੀਆਂ ਤੋਂ ਆਨੰਦਪੁਰ ਨੂੰ ਖਾਲੀ ਕਰਾਇਆ ਜਾਵੇਗਾ। ਕਰ ਆਰਾਮ ਕੋ ਤਜੋ ਕਲੇਸ਼। ਹੁਣ ਜੰਗ ਦਾ ਝੇੜਾ ਝਗੜਾ ਇਹ ਛੱਡ ਕੇ ਆਰਾਮ ਕਰੋ ਅਤੇ ਆਪੋ ਆਪਣੀਆਂ ਰਿਆਸਤਾਂ ਦੇ ਵਿੱਚ ਜਾਵੋ। ਹੋਤ ਅਪਰਾਧ ਕੇ ਕਰਿਓ ਕੂਚ। ਤਾਂ ਕਹਿਣ ਲੱਗਿਆ ਕਿ ਸਵੇਰ ਹੁੰਦਿਆਂ ਹੀ ਸਾਰੇ ਆਪੋ ਆਪਣੇ ਡੇਰੇ ਇਸ ਸਥਾਨ ਤੋਂ ਕੂਚ ਕਰ ਦੇਵਾਂਗੇ। ਸਵਨ ਸੰਭਾਲੋ ਜਾਏ ਪਹੁੰਚ। ਔਰ ਉਸ ਸਥਾਨ 'ਤੇ ਆਪੋ ਆਪਣੀਆਂ ਰਿਆਸਤਾਂ ਦੇ ਵਿੱਚ ਪਹੁੰਚ ਕੇ ਸਾਰਿਆਂ ਦੀ ਸੰਭਾਲ ਕੀਤੀ ਜਾਵੇ ਜੋ ਇਸ ਯੁੱਧ ਦੇ ਵਿੱਚ ਜ਼ਖਮੀ ਫੱਟੜ ਹੋ ਗਏ ਸਨ। ਇਮ ਹੀ ਮਤ ਕਮੰਡ ਚੰਦ ਮਾਨਾ। ਤਾਂ ਭੀਮ ਚੰਦ ਵੀ ਇਸ ਗੱਲ ਨੂੰ ਮੰਨਦਾ ਹੈ ਤੇ ਇਸ ਪੰਮੇ ਵਜ਼ੀਰ ਦੀ ਗੱਲ ਨੂੰ ਹੁਣ ਘਮੰਡ ਚੰਦ ਜੋ ਕਟੋਚ ਦਾ ਰਾਜਾ ਸੀ, ਇਸ ਜੰਗ ਦੇ ਵਿੱਚ ਜ਼ਖਮੀ ਹੋ ਚੁੱਕਿਆ ਸੀ, ਇਹ ਵੀ ਤੁਰੰਤ ਪੰਮੇ ਵਜ਼ੀਰ ਦੀ ਗੱਲ ਮੰਨ ਲੈਂਦਾ ਹੈ। ਚੱਡ ਚੰਪਾਨ ਸੋ ਤਵੇ ਪਿਆਨਾ। ਇੱਥੇ ਸਾਰੀਆਂ ਵਿਚਾਰਾਂ ਇਹ ਠਹਿਰਾ ਕੇ ਕਿ ਹੁਣ ਜੰਗ ਬੰਦ ਕਰਕੇ ਆਪਾਂ ਆਪੋ ਆਪਣੀਆਂ ਰਿਆਸਤਾਂ ਨੂੰ ਜਾਈਏ ਤਾਂ ਤਿਆਰੀ ਕਰਦੇ ਹਨ। ਤੇ ਘਮੰਡ ਚੰਦ ਤਾਂ ਉਸੇ ਟਾਈਮ ਇੱਕ ਆਪਣੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਆਪਣੇ ਯੋਧੇ ਸੂਰਮਿਆਂ ਨੂੰ ਵਾਪਸ ਲੈ ਕੇ ਰਾਤ ਦੇ ਸਮੇਂ ਹੀ ਚੱਲ ਪੈਂਦਾ ਹੈ। ਕਾਇਲ ਅਪਰ ਸਗਲ ਨਿਸਮਾਹੀ। ਹੋਰ ਜਿੰਨੇ ਕੁ ਘਾਇਲ ਸੀ, ਜ਼ਖਮੀ ਸੀ, ਔਰ ਇਸ ਜੰਗ ਦੇ ਵਿੱਚੋਂ
ਇਹ ਬਹੁਤ ਵੱਡੇ ਵੱਡੇ ਜ਼ਖਮ ਖਾਣ ਵਾਲੇ ਉਹ ਭੀਮ ਚੰਦ ਦੇ ਪਾਸ ਹੀ ਰਹਿ ਜਾਂਦੇ ਹੈ। ਆਦ ਹੰਡੂਰੀ ਟਿਕੈ ਸੋ ਨਾਹੀ। ਤੇ ਫਿਰ ਹੰਡੂਰੀਆ ਰਾਜਾ ਇਹ ਵੀ ਰਾਤ ਦੇ ਸਮੇਂ ਹੀ ਤਿਆਰੀ ਕਰਕੇ ਚੱਲ ਪੈਂਦਾ ਹੈ। ਲੈ ਲੈ ਨਿਜ ਸਮਾਜ ਕੋ ਚਲੇ। ਆਪੋ ਆਪਣਾ ਸਾਜੋ ਸਮਾਨ ਸਾਰਾ ਇਸ ਸਥਾਨ ਤੋਂ ਉਠਾ ਕੇ ਲਿਜਾ ਰਹੇ ਹਨ। ਤਰੀ ਮੋਨ ਮੁਖ ਤੇ ਨਹਿ ਮਿਲੇ। ਰਾਤ ਦੇ ਸਮੇਂ ਜਾ ਰਹੇ ਹਨ ਔਰ ਆਪਣੇ ਮੁਖ ਤੋਂ ਮੌਨ ਧਾਰੀ ਹੈ, ਜਾਣੇ ਚੁੱਪ ਕੀਤੇ ਹਨ। ਕੋਈ ਕਿਸੇ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲਬਾਤ ਨਹੀਂ ਕਰਦਾ। ਜਾਮਨ ਮੈਂ ਗਮ ਨੇ ਦੁੱਖ ਲਹੇ। ਰਾਤ ਦੇ ਸਮੇਂ ਬੜੇ ਦੁੱਖ ਦੇ ਅਨੁਸਾਰ ਹੋ ਕੇ ਜਾ ਰਹੇ ਹਨ, ਕਿਉਂਕਿ ਅੱਗੇ ਰਸਤੇ ਵੀ ਕਠਿਨ ਹਨ। ਇਧਰ ਗੁਰੂ ਜੀਆਂ ਦੇ ਯੋਧੇ ਸੂਰਮੇ ਤਿਆਰ ਬਰ ਤਿਆਰ ਸਨ। ਵਿਖਮ ਪੰਥ ਗਿਨ ਗਨ ਕੇ ਆਏ। ਤਾਂ ਜੋ ਪਹਾੜੀ ਰਸਤੇ ਸਨ, ਇਹ ਵੀ ਬੜੇ ਔਖੇ ਰਸਤੇ ਸਨ, ਜਿਨ੍ਹਾਂ ਦੇ ਵਿੱਚ ਦੀ ਰਾਤ ਦੇ ਅੰਧੇਰੇ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਵਾਪਸ ਜਾ ਰਹੇ ਹਨ। ਸਾਵਧਾਨ ਜੇ ਹੁਤੀ ਪੰਦਾਤੀ। ਹੋਰ ਜਿੰਨੀ ਸੈਨਾ ਬਾਕੀ ਰਹਿ ਗਈ ਸੀ, ਜੋ ਸਾਵਧਾਨ ਤਿਆਰ ਬਰ ਤਿਆਰ ਸਨ। ਅਰ ਅਸਵਾਰ ਜੇ ਹੁਤੇ ਨਾ ਹਾਤੀ। ਤੇ ਜਿੰਨੇ ਕ ਪੈਦਲ ਸੈਨਾ, ਜਿੰਨੇ ਕ ਅਸਵਾਰ ਬਾਕੀ ਰਹਿ ਗਏ ਸਨ, ਸੋ ਸਭ ਭੀਮ ਚੰਦ ਨੇ ਰਾਖੇ। ਉਹ ਸਾਰੇ ਭੀਮ ਚੰਦ ਨੇ ਆਪਣੇ ਪਾਸ ਰੱਖ ਲਏ। ਬਾਕੀ ਦੇ ਰਾਜੇ ਰਾਣੇ ਤੇ ਆਪਣੀਆਂ ਸੈਨਾ ਨੂੰ, ਫੌਜਾਂ ਨੂੰ ਲੈ ਕੇ ਰਾਤ ਦੇ ਸਮੇਂ ਹੀ ਚੱਲ ਪਏ। ਪਰ ਬਹੁਤ ਸਾਰੀ ਪੈਦਲ ਸੈਨਾ, ਬਹੁਤ ਸਾਰੇ ਘੋੜ ਅਸਵਾਰ ਉਹ ਭੀਮ ਚੰਦ ਦੇ ਪਾਸ ਹੀ ਰਹੇ ਹਨ। ਚਲੋ ਪ੍ਰਾਤ ਮੈਂ ਇਮ ਅਬ ਲਾਖੇ। ਭੀਮ ਚੰਦ ਹੁਣ ਇਹ ਵਿਚਾਰ ਕਰਦਾ ਹੈ ਕਿ ਤੁਸੀਂ ਜਾਓ ਔਰ ਮੈਂ ਇਹ ਸਾਰਾ ਸਾਜੋ ਸਮਾਨ ਇਕੱਠਾ ਕਰਕੇ ਸਵੇਰੇ ਦਿਨ ਚੜ੍ਹਦੇ ਦੇ ਨਾਲ ਵਾਪਸ ਆ ਜਾਵਾਂਗਾ। ਖਾਨ ਪਾਨ ਕਰ ਕੇਤਕ ਸੋਏ। ਤਾਂ ਰਾਤ ਦੇ ਸਮੇਂ ਖਾਣ ਪਾਣ ਕਰਨ ਤੋਂ ਬਾਅਦ ਇਹ ਯੋਧੇ ਸੂਰਮੇ ਆਰਾਮ ਕਰਦੇ ਹਨ। ਕੋਥਰ ਰਹੇ ਸੁਚੇਤੀ ਹੋਏ। ਇਹਨਾਂ ਦੇ ਵਿੱਚੋਂ ਅੱਧੇ ਕਿਤੇ ਆਰਾਮ ਕਰਦੇ ਹਨ, ਅੱਧੇ ਕ ਸਾਵਧਾਨ ਹੋ ਕੇ ਰਹਿੰਦੇ ਹਨ, ਤਿਆਰ ਬਰ ਤਿਆਰ ਹੋ ਕੇ ਰਹਿੰਦੇ ਹਨ। ਤਿਮਹੀ ਸਿੰਘ ਲੋਹਗੜ ਮਾਹੀ। ਦੂਸਰੀ ਸਾਈਡ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਯੋਧੇ ਸੂਰਮੇ ਉਹ ਵੀ ਲੋਹਗੜ੍ਹ ਦੇ ਵਿੱਚ ਤਾਇਨਾਤ ਕੀਤੇ ਹੋਏ ਸਨ। ਕੇਤਕ ਸੁਪਤੇ ਕੇਤਕ ਨਾਹੀ। ਉਹਨਾਂ ਯੋਧੇ ਸੂਰਮਿਆਂ ਦੇ ਵਿੱਚੋਂ ਵੀ ਕੁਝ ਕਿਤੇ ਰਾਤ ਦੇ ਟਾਈਮ ਆਰਾਮ ਕਰਦੇ ਹਨ ਔਰ ਅੱਧੇ ਕ ਰਾਤ ਦੇ ਟਾਈਮ ਤਿਆਰ ਬਰ ਤਿਆਰ ਹੋ ਕੇ ਪਹਿਰੇ ਤੇ ਰਹਿੰਦੇ ਹਨ। ਜਵਾਲਾ ਬਮਣੀ ਰਹੇ ਚਲਾਵਤ। ਰਾਤ ਦੇ ਸਮੇਂ ਗੁਰੂ ਕੇ ਯੋਧੇ ਸੂਰਮੇ ਉਹ ਵੀ ਲੋਹਗੜ੍ਹ ਦੇ ਕਿਲੇ ਦੇ ਵਿੱਚੋਂ ਬੰਦੂਕਾਂ ਆਦਿ ਕਿਸੇ ਕਿਸੇ ਟਾਈਮ ਚਲਾਉਂਦੇ ਰਹਿੰਦੇ ਸਨ। ਦੂਰ ਦੂਰ ਲੋ ਸ਼ਤਰ ਤਕਾਵਤ। ਦੂਰ ਦੂਰ ਤੱਕ ਗੁਰੂ ਕੇ ਯੋਧੇ ਸੂਰਮੇ ਪਹਾੜੀਆਂ ਦੀਆਂ ਸੈਨਾ ਨੂੰ ਦੇਖਦੇ ਰਹੇ ਹਨ। ਜਬ ਹੂੰ ਦੋਏ ਕਰੀ ਨਿਸ ਰਹੀ। ਜਦ 2 ਘੜੀਆਂ ਰਾਤ ਬਾਕੀ ਰਹਿ ਜਾਂਦੀ ਹੈ, ਕੂਚ ਕਰਨ ਕੀ ਚਿਤ ਮੈਂ ਚਾਹੀ। ਤਾਂ ਭੀਮ ਚੰਦ ਨੇ ਦੇਖਿਆ ਕਿ ਹੁਣ ਇਹ ਸਮਾਂ ਠੀਕ ਹੈ ਕਿ ਮੈਂ ਇਸ ਸਥਾਨ ਤੋਂ ਕੂਚ ਕਰਕੇ ਜਾਵਾਂ। ਜੀਨ ਤੁਰੰਗਮ ਪਰ ਤਬ ਡਾਲੇ। ਤਾਂ ਭੀਮ ਚੰਦ ਨੇ ਆਪਣੇ ਯੋਧੇ ਸੂਰਮਿਆਂ ਦੇ ਵਿੱਚ ਖਬਰ ਕਰ ਦਿੱਤੀ ਕਿ ਸਾਰੇ ਦੇ ਸਾਰੇ ਛੇਤੀ ਦੇ ਨਾਲ ਤਿਆਰ ਹੋ ਜਾਵੋ। ਉਹਨਾਂ ਨੇ ਤਿਆਰੀ ਕਰਨ ਦੇ ਵੇਲੇ ਆਪਣੇ ਘੋੜਿਆਂ ਦੇ ਉੱਪਰ ਕਾਠੀਆਂ ਕੱਸ ਲਈਆਂ ਹਨ। ਜੇ ਕੁੰਚਰ ਤਨ ਹੁੰਦਾ ਕਾਲੇ। ਅਰ ਵੱਡੇ ਵੱਡੇ ਹਾਥੀਆਂ ਦੇ ਉੱਪਰ ਹੌਦੇ ਪਾ ਲਏ ਹਨ। ਤੂਸ਼ਨ ਹੀ ਸਭ ਕੀਨਸ ਤਿਆਰੀ। ਚੁੱਪਚਾਪ ਸਾਰੇ ਭੀਮ ਚੰਦ ਦੇ ਯੋਧੇ ਸੂਰਮੇ ਇੱਥੋਂ ਜਾਣ ਦੇ ਲਈ ਤਿਆਰੀ ਕਰਦੇ ਹਨ। ਤੰਬੂ ਸਹਿਤ ਕਨਾਦ ਉਖਾਰੀ। ਸਾਜੋ ਸਮਾਨ ਇਹਨਾਂ ਨੇ ਸਾਰਾ ਤਿਆਰ ਕਰ ਲਿਆ ਹੈ। ਜਿਹੜੇ ਵੱਡੇ ਵੱਡੇ ਤੰਬੂ ਕਨਾਤਾਂ ਲਾਏ ਹੋਏ ਸੀ, ਸਾਰੇ ਉਖਾੜ ਕੇ ਪੱਟ ਕੇ ਨਾਲ ਲਿਜਾਣ ਦੇ ਵਾਸਤੇ ਸਭ ਸਾਜੋ ਸਮਾਨ ਇਹਨਾਂ ਨੇ ਆਪਣਾ ਤਿਆਰ ਕਰ ਲਿਆ। ਲਾਦ ਦੀਏ ਸੋ ਪ੍ਰਥਮ ਪਿਆਨੇ। ਔਰ ਸਾਰਾ ਸਾਜੋ ਸਮਾਨ ਲੱਦ ਕੇ ਆਪਣੇ ਕੂਚ ਕਰਨ ਤੋਂ, ਆਪਣੇ ਜਾਣ ਤੋਂ ਪਹਿਲੇ ਹੀ ਭੇਜ ਦਿੱਤਾ। ਆਪ ਤਿਆਰ ਹੋਏ ਥਿਰਿਓ ਸਥਾਨੇ। ਭੀਮ ਚੰਦ ਹੁਣ ਆਪ ਤਿਆਰ ਹੋ ਕੇ ਇਸ ਸਥਾਨ ਤੇ ਖੜਾ ਹੈ। ਤਰਸਦ ਤੁਫੰਗੇ ਸਭ ਕਸਵਾਈ। ਔਰ ਡਰ ਦੇ ਮਾਰੇ ਆਪਣੇ ਯੋਧੇ ਸੂਰਮਿਆਂ ਨੂੰ ਵੀ ਪੂਰਾ ਤਿਆਰ ਬਰ ਤਿਆਰ ਕਰਕੇ ਰੱਖਿਆ
ਕਿ ਬੰਦੂਕਾਂ ਆਦਿ ਕਸ ਕੇ ਤਿਆਰ ਕਰਕੇ ਰੱਖੀਆਂ ਜਾਣ। ਖਰੋ ਰਹੋ ਅਰ ਰੋਂਦੇ ਤਾਈ ਦਿਨ ਚੜ੍ਹੇ ਤੱਕ ਇਹ ਆਪਣੀ ਤਿਆਰੀ ਕਰਕੇ ਸੂਰਜ ਚੜ੍ਹਨ ਦੇ ਵੇਲੇ ਤੱਕ ਉਸੇ ਤਰ੍ਹਾਂ ਖੜੇ ਰਹਿੰਦੇ ਹਨ। ਸਗਰੀ ਵਸਤ ਸੰਭਾਲ ਚਲਾਈ ਸਾਰੀਆਂ ਵਸਤੂਆਂ ਸਾਜੋ ਸਮਾਨ ਤੇ ਪਹਿਲੇ ਹੀ ਇਹਨਾਂ ਨੇ ਬੰਨ੍ਹ ਕੇ ਤਿਆਰ ਕਰਕੇ ਭੇਜ ਦਿੱਤਾ ਸੀ। ਆਪ ਚੜਿਓ ਤੋਸਾ ਤੇ ਅਜਵਾਈ ਜਦ ਆਪ ਇਸ ਸਥਾਨ ਤੋਂ ਚੱਲਣ ਲੱਗੇ ਹੈ ਤੇ ਬੜੀ ਉੱਚੀ ਧੁਨੀ ਦੇ ਨਾਲ ਇੱਕ ਨਗਾਰਾ ਵਜਵਾਇਆ। ਨਗਾਰਾ ਵਜਵਾ ਕੇ ਇਸ ਸਥਾਨ ਤੋਂ ਕੂਚ ਕਰਦੇ ਹਨ। ਤਬ ਸੁਧ ਪਈ ਲੋਹ ਗੜਾਏ ਤਾਂ ਉਧਰ ਗੁਰੂ ਕੇ ਯੋਧੇ ਸੂਰਮਿਆਂ ਦੇ ਵਿੱਚ ਵੀ ਲੋਹਗੜ੍ਹ ਦੇ ਕਿਲੇ ਦੇ ਵਿੱਚ ਇਹ ਖਬਰ ਪਹੁੰਚ ਜਾਂਦੀ ਹੈ ਕਿ ਭੀਮ ਚੰਦ ਅਤੇ ਉਸ ਦੇ ਵੱਡੇ ਵੱਡੇ ਰਾਜੇ ਰਾਣੇ, ਵੱਡੇ ਵੱਡੇ ਯੋਧੇ ਸੂਰਮੇ, ਉਹ ਸਾਰੇ ਤਿਆਰ ਹੋ ਕੇ ਇਸ ਸਥਾਨ ਤੋਂ ਦੌੜ ਕੇ ਜਾ ਰਹੇ ਹਨ। ਚਲੇ ਪਹਾੜੀ ਲਾਜ ਗਵਾਏ ਤਾਂ ਸਾਰੇ ਦੇ ਸਾਰੇ ਪਹਾੜੀ ਆਪਣੀ ਲਾਜ ਨੂੰ ਗਵਾ ਕੇ ਔਰ ਇਸ ਸਥਾਨ ਤੋਂ ਦੌੜ ਕੇ ਜਾ ਰਹੇ ਹਨ। ਤਤ ਛਿਨ ਜੀਨ ਹੈਨ ਪਰ ਡਾਲੇ ਤਾਂ ਉਸੇ ਟਾਈਮ ਉਹਨਾਂ ਨੇ ਗੁਰੂ ਕੇ ਯੋਧੇ ਸੂਰਮਿਆਂ ਨੇ ਘੋੜਿਆਂ ਦੇ ਉੱਪਰ ਕਾਠੀਆਂ ਕੱਸ ਲਈਆਂ ਹਨ। ਪਏ ਅਰੂਡਨ ਤੁਪਕ ਸੰਭਾਲੇ ਤਾਂ ਆਪਣੀਆਂ ਬੰਦੂਕਾਂ ਆਦਿ ਤਿਆਰ ਕਰਕੇ ਸਾਰੇ ਯੁੱਧ ਦੇ ਸ਼ਸਤਰ ਵਸਤਰ ਜੋ ਪਹਿਲੇ ਹੀ ਤਿਆਰ ਕੀਤੇ ਸਨ, ਇਸ ਤਿਆਰੀ ਦੇ ਅਨੁਸਾਰ ਇਧਰ ਨੂੰ ਚੱਲ ਪੈਂਦੇ ਹਨ। ਉਦੇ ਸਿੰਘ ਤੇ ਆਦਿਕ ਜੋਧਾ ਭਾਈ ਉਦੇ ਸਿੰਘ, ਇਸ ਦੇ ਨਾਲ ਹੋਰ ਬਹੁਤ ਯੋਧੇ ਸੂਰਮੇ ਹਨ। ਸਾਹਿਬ ਸਿੰਘ ਹਿੰਮਤ ਸਿੰਘ ਕਰੋਧਾ ਤੇ ਗੁਰੂ ਕੇ ਵੱਡੇ ਵੱਡੇ ਯੋਧੇ ਸੂਰਮੇ ਭਾਈ ਸਾਹਿਬ ਸਿੰਘ ਜੀ ਹੈ, ਭਾਈ ਹਿੰਮਤ ਸਿੰਘ ਜੀ ਹਨ। ਮੋਕਮ ਸਿੰਘ ਤਵਾਇਓ ਕੋਹਰਾ ਤਾਂ ਭਾਈ ਮੋਹਕਮ ਸਿੰਘ ਜੀ, ਇਹ ਵੱਡੇ ਵੱਡੇ ਯੋਧੇ ਸੂਰਮੇ ਗੁਰੂ ਕੇ ਹੋਰ ਯੋਧੇ ਸੂਰਮਿਆਂ ਨੂੰ ਨਾਲ ਲਿਜਾ ਕੇ ਜਿੱਧਰ ਪਹਾੜੀਆਂ ਦੀ ਸੈਨਾ ਸੀ ਉਧਰ ਨੂੰ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਜਾਂਦੇ ਹਨ। ਆਲਮ ਸਿੰਘ ਚੱਲਿਓ ਰਿਪੋਰਾ ਤਾਂ ਭਾਈ ਆਲਮ ਸਿੰਘ ਇਹ ਵੀ ਤਿਆਰ ਬਰ ਤਿਆਰ ਹੀ ਸੀ। ਉਸੇ ਟਾਈਮ ਆਪਣਾ ਘੋੜਾ ਉਧਰ ਪਹਾੜੀਆਂ ਦੀਆਂ ਫੌਜਾਂ ਦੇ ਵੱਲ ਦੌੜਾ ਦਿੰਦੇ ਹਨ। ਪ੍ਰਥਮ ਸੈਂਕੜੇ ਹੀ ਮਿਲ ਗਏ ਪਹਿਲੇ ਤੇ ਇਹ ਗੁਰੂ ਕੇ ਯੋਧੇ ਸੂਰਮੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਨ। ਜਵਾਲਾ ਬਮਣੀ ਦਾਗਤ ਪਏ ਤਾਂ ਉਸੇ ਟਾਈਮ ਪਹਾੜੀਆਂ ਦੀਆਂ ਸੈਨਾ ਦੇ ਉੱਪਰ ਆਪਣੀਆਂ ਬੰਦੂਕਾਂ ਦੇ ਨਿਸ਼ਾਨੇ ਮਾਰਦੇ ਹਨ। ਬਹੁਰ ਹਜ਼ਾरों ਹਵੇ ਗੇ ਸਿੰਘ ਪਹਿਲੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੀ ਸਨ, ਜੋ ਤੁਰੰਤ ਤਿਆਰ ਹੋ ਕੇ ਜਦ ਪਤਾ ਚੱਲਿਆ ਕਿ ਭੀਮ ਚੰਦ ਲਾਜ ਗਵਾ ਕੇ ਇਸ ਯੁੱਧ ਤੋਂ ਹੁਣ ਦੌੜ ਰਿਹਾ ਹੈ, ਪਿੱਛੇ ਭੱਜ ਰਿਹਾ ਹੈ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਯੋਧੇ ਸੂਰਮੇ ਗੁਰੂ ਕੇ ਆਏ, ਪਰ ਨਾਲ ਹੀ ਨਾਲ ਹੋਰ ਤਿਆਰ ਹੋ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕੇ ਯੋਧੇ ਸੂਰਮੇ ਵੀ ਪਹੁੰਚ ਜਾਂਦੇ ਹਨ। ਜਨ ਗੱਜ ਦਲ ਪਰ ਦੋਰੇ ਸਿੰਘ ਜਿਸ ਤਰ੍ਹਾਂ ਹਾਥੀਆਂ ਦੇ ਝੁੰਡ ਦੇ ਉੱਪਰ ਕੇਰੀ ਸ਼ੇਰ ਜਾਂ ਬੱਬਰ ਸ਼ੇਰ ਇੱਕਦਮ ਆ ਕੇ ਉੱਤੇ ਪੈ ਜਾਂਦਾ ਹੈ, ਮਿਲਿਓ ਐਸੀ ਮਾਰ ਮਚਾਈ ਤਾਂ ਇਸੇ ਤਰ੍ਹਾਂ ਪਹਾੜੀਆਂ ਦੀਆਂ ਸੈਨਾ ਦੇ ਉੱਪਰ ਗੁਰੂ ਕੇ ਯੋਧੇ ਸੂਰਮੇ ਬੱਬਰ ਸ਼ੇਰਾਂ ਦੀ ਤਰ੍ਹਾਂ ਪੈ ਜਾਂਦੇ ਹਨ। ਚਲਣ ਦੋਹੇਲਾ ਪਇਓ ਤਥਾਈ ਤਾਂ ਉਸੇ ਟਾਈਮ ਉਸ ਸਥਾਨ ਤੇ ਯੁੱਧ ਛਿੜ ਜਾਂਦਾ ਹੈ। ਭੀਮ ਚੰਦ ਦੇ ਪਾਸ ਜਿਹੜੇ ਯੋਧੇ ਸੂਰਮੇ ਸਨ ਇਹ ਵੀ ਤਿਆਰ ਬਰ ਤਿਆਰ ਸਨ। ਇਹਨਾਂ ਨੇ ਆਪਣੀਆਂ ਰਫਲਾਂ ਬੰਦੂਕਾਂ ਤਿਆਰ ਕੀਤੀਆਂ ਹੋਈਆਂ ਸਨ, ਹੋਰ ਯੁੱਧ ਦੇ ਸਾਰੇ ਸ਼ਸਤਰ ਤਿਆਰ ਕੀਤੇ ਸਨ। ਤੇ ਜਦ ਗੁਰੂ ਕੇ ਯੋਧੇ ਸੂਰਮੇ ਅੱਗੇ ਜਾ ਕੇ ਇਹਨਾਂ ਦੇ ਨਾਲ ਮੁਕਾਬਲਾ ਕਰਦੇ ਹਨ ਤਾਂ ਇਸੇ ਸਥਾਨ ਤੇ ਬੜਾ ਭਿਆਨਕ ਜੰਗ ਛਿੜ ਜਾਂਦਾ ਹੈ। ਭੀਮ ਚੰਦ ਪਰ ਕਾਲੀ ਪੀਰ ਤਾਂ ਗੁਰੂ ਕੇ ਯੋਧੇ ਸੂਰਮਿਆਂ ਨੇ ਐਸੀ ਮਾਰ ਮਚਾਈ ਕਿ ਭੀਮ ਚੰਦ ਦੇ ਉੱਪਰ ਬੜੀ ਭੀੜਾ ਪਾ ਦਿੱਤੀ ਹੈ। ਛੂਟੀ ਗੁਲਕਾ ਤੋਮਰ ਤੀਰ ਤਾਂ ਇਸ ਜੰਗ ਦੇ ਵਿੱਚ ਬਹੁਤ ਸਾਰੇ ਤੀਰ ਚੱਲ ਰਹੇ ਹਨ, ਤਲਵਾਰਾਂ ਚੱਲ ਰਹੀਆਂ ਹਨ, ਬਹੁਤ ਸਾਰੀਆਂ ਬੰਦੂਕਾਂ ਚਲਾਈਆਂ ਜਾ ਰਹੀਆਂ ਹਨ। ਟਾਲੀਏ ਕੇਤਕ ਤਬ ਕੋਰੇ ਤਾਂ ਹੁਣ ਭੀਮ ਚੰਦ ਇਹ ਆਪਣੀ ਸੈਨਾ ਨੂੰ ਲੈ ਕੇ ਹੁਣ ਇੱਥੋਂ ਦੌੜ ਰਿਹਾ ਸੀ। ਕਿੰਨੇ ਲੰਮੇ ਸਮੇਂ ਦਾ ਜੰਗ ਮੰਡਿਆ ਹੋਇਆ ਸੀ ਇਸਨੇ, ਬਹੁਤ ਸਾਰੇ ਯੋਧੇ ਸੂਰਮੇ ਗੁਰੂ ਕੇ ਵੀ ਸ਼ਹੀਦ ਹੋ ਗਏ ਸਨ। ਇਹਨਾਂ ਪਹਾੜੀਆਂ ਦੀਆਂ ਸੈਨਾ ਦੇ ਵਿੱਚ ਵੀ ਵੱਡੇ ਵੱਡੇ ਯੋਧੇ ਸੂਰਮੇ ਮਾਰੇ ਗਏ ਸਨ। ਕਿੰਨਾ ਲੰਮਾ ਸਮਾਂ ਜੰਗ ਕਰਨ ਤੋਂ ਬਾਅਦ ਇਹ ਦੌੜ ਕੇ ਜਾ ਰਹੇ ਹਨ, ਪਰ ਗੁਰੂ ਕੇ ਯੋਧੇ ਸੂਰਮਿਆਂ ਨੇ ਇਹਨਾਂ ਨੂੰ ਭੱਜਣ ਨਹੀਂ ਦਿੱਤਾ ਔਰ
ਇਸ ਤਰ੍ਹਾਂ ਦੀ ਮਾਰ ਮਚਾਈ ਕਿ ਇੱਥੇ ਭਿਆਨਕ ਜੰਗ ਛਿੜ ਜਾਂਦਾ ਹੈ। ਤਜ ਹੈ ਤਿਸੇ ਜੋ ਦਵੈ ਕਰ ਜੋਰੇ। ਤੇ ਗੁਰੂ ਕੇ ਯੋਧੇ ਸੂਰਮਿਆਂ ਨੇ ਭਜਦਿਆਂ ਪਹਾੜੀਆਂ ਨੂੰ ਬਹੁਤ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਹ ਭੀਮ ਚੰਦ ਵਰਗੇ ਇਸ ਸਥਾਨ ਤੇ ਖੜੇ ਦੇਖਦੇ ਹਨ। ਨਾਏ ਤਾਂ ਖੜਗ ਪ੍ਰਹਾਰਨ ਲਾਗੇ। ਤਾਂ ਗੁਰੂ ਕੇ ਯੋਧੇ ਸੂਰਮੇ ਉਸ ਨੂੰ ਛੱਡਦੇ ਹਨ, ਤਜ ਦਿੰਦੇ ਹਨ, ਛੱਡ ਦਿੰਦੇ ਹਨ ਜੋ ਦੋਨੇ ਹੱਥ ਜੋੜ ਕੇ ਆਪਣੀ ਜ਼ਿੰਦਗੀ ਦੇ ਲਈ ਭੀਖ ਮੰਗਦਾ ਹੈ, ਮਿੰਨਤਾਂ ਕਰਦਾ ਹੈ, ਬੇਨਤੀਆਂ ਕਰਦਾ ਹੈ, ਉਸ ਨੂੰ ਤੇ ਛੱਡ ਦਿੰਦੇ ਹਨ। ਨਹੀਂ ਤੇ ਜੋ ਅੱਗੇ ਆ ਕੇ ਲੜਦਾ ਹੈ ਉਸ ਨੂੰ ਪਾਰ ਬੁਲਾਉਂਦੇ ਹਨ। ਮਚਿਓ ਜੁਦ ਪੇ ਆਰਨ ਭਾਗੇ। ਤਾਂ ਇਸ ਜੰਗ ਦੇ ਵਿੱਚ ਯੋਧੇ ਸੂਰਮਿਆਂ ਦੇ ਕੱਪੜੇ ਆਦ ਉਹ ਵੀ ਖੂਨ ਦੇ ਨਾਲ ਲੇਤੂ ਪੇਤੂ ਹੋ ਜਾਂਦੇ ਹਨ। ਸ੍ਰੀ ਕਲਗੀਧਰ ਸੁਨ ਸੁਧ ਸਾਰੀ। ਉਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਇਸ ਲੜਾਈ ਦੇ ਬਾਰੇ ਸਾਰਾ ਪਤਾ ਚੱਲਦਾ ਹੈ। ਹਤੇ ਸਿੰਘ ਭਜ ਚਲੇ ਪਹਾੜੀ। ਤਾਂ ਕੋਈ ਯੋਧਾ ਸੂਰਮਾ ਦੱਸਦਾ ਹੈ ਕਿ ਸੱਚੇ ਪਾਤਸ਼ਾਹ ਉਹ ਪਹਾੜੀ ਹੁਣ ਆਪਣੀ ਲਾਜ ਗਵਾ ਕੇ ਇਸ ਜੰਗ ਤੋਂ ਭੱਜ ਚੱਲੇ ਹਨ ਅਤੇ ਗੁਰੂ ਕੇ ਯੋਧੇ ਸੂਰਮੇ ਜਾ ਪਏ ਹਨ। ਤਬ ਸਤਗੁਰ ਨਿਜ ਪਤੇ ਪਠਾਏ। ਸਾਰੀ ਗੱਲਬਾਤ ਗੁਰੂ ਜੀਆਂ ਦੇ ਪਾਸ ਕਿਸੇ ਯੋਧੇ ਸੂਰਮੇ ਨੇ ਦੱਸਣਾ ਕੀਤੀ ਕਿ ਸੱਚੇ ਪਾਤਸ਼ਾਹ ਉਹ ਪਹਾੜੀ ਭੱਜ ਚੱਲੇ ਸਨ। ਤਾਂ ਗੁਰੂ ਕੇ ਯੋਧੇ ਸੂਰਮਿਆਂ ਨੇ ਅੱਗੇ ਹੋ ਕੇ ਉਹਨਾਂ ਦੇ ਨਾਲ ਮੁਕਾਬਲਾ ਕੀਤਾ, ਬੜੀ ਮਾਰ ਮਚਾਈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੀ ਵਾਰਤਾ ਸੁਣ ਕੇ ਕਹਿੰਦੇ ਹਨ, ਭਾਜੇ ਪੀਠ ਨਾ ਭਰੀਏ ਧਾਏ। ਤਾਂ ਸਤਿਗੁਰੂ ਉਸੇ ਟਾਈਮ ਆਪਣੇ ਯੋਧੇ ਸੂਰਮਿਆਂ ਨੂੰ ਭੇਜਦੇ ਹਨ ਕਿ ਜਾਓ ਇਸ ਤਰ੍ਹਾਂ ਸਿੰਘਾਂ ਨੂੰ ਜਾ ਕੇ ਕਹੋ ਕਿ ਜੇਕਰ ਉਹ ਦੁਸ਼ਮਣ ਭੱਜ ਕੇ ਹੀ ਚੱਲਿਆ ਹੈ, ਲਾਜ ਗਵਾ ਕੇ ਦੌੜ ਚੱਲਿਆ ਹੈ, ਤਾਂ ਦੌੜਦਿਆਂ ਦਾ ਪਿੱਛਾ ਨਾ ਕੀਤਾ ਜਾਵੇ। ਆਛੇ ਆਛੇ ਸਿੱਖ ਪਠਾਏ। ਚੰਗੇ ਚੰਗੇ ਗੁਰੂ ਕੇ ਯੋਧੇ ਸੂਰਮੇ ਉਹ ਗੁਰੂ ਮਹਾਰਾਜ ਜੀਆਂ ਨੇ ਭੇਜ ਦਿੱਤੇ। ਜਾਏ ਤਨੋ ਸਗਰੇ ਸਮਝਾਏ। ਉਹਨਾਂ ਨੇ ਜਾ ਕੇ ਜੋ ਅੱਗੇ ਗੁਰੂ ਕੇ ਯੋਧੇ ਸੂਰਮੇ ਜੰਗ ਕਰਦੇ ਸਨ ਨਾ, ਪਹਾੜੀਆਂ ਦੇ ਉੱਪਰ ਮਾਰ ਮਚਾ ਰੱਖੀ ਸੀ, ਤਾਂ ਉਹਨਾਂ ਨੂੰ ਜਾ ਕੇ ਉਹ ਗੁਰੂ ਕੇ ਸਿੰਘ ਦੱਸਦੇ ਹਨ ਕਿ ਭਾਈ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਇਹ ਹੁਕਮ ਹੈ ਕਿ ਜੇਕਰ ਦੁਸ਼ਮਣ ਆਪਣੀ ਲਾਜ ਗਵਾ ਕੇ ਭੱਜ ਚੱਲਿਆ ਹੈ ਤਾਂ ਉਹਨਾਂ ਭੱਜਦਿਆਂ ਦਾ ਪਿੱਛਾ ਨਾ ਕੀਤਾ ਜਾਵੇ। ਕਹੋ ਨਾਕ ਕਾਲੋ ਕਮਸਾਨਾ। ਤੇ ਜੇਕਰ ਉਹ ਹਾਰ ਖਾ ਕੇ ਦੌੜ ਹੀ ਚੱਲੇ ਹਨ ਫਿਰ ਵਿਅਰਥ ਹੀ ਤੁਸੀਂ ਐਡਾ ਕਮਸਾਨ ਦਾ ਜੰਗ ਕਾਹਨੂੰ ਛੇੜਦੇ ਹੋ। ਹਟੋ ਪ੍ਰਭੂ ਅਸ ਹੁਕਮ ਬਖਾਨਾ। ਉਹਨਾਂ ਸਿੰਘਾਂ ਨੇ ਦੱਸਿਆ ਕਿ ਸਤਿਗੁਰਾਂ ਇਹ ਆਗਿਆ ਕੀਤੀ ਹੈ, ਇਹ ਹੁਕਮ ਕੀਤਾ ਹੈ ਕਿ ਤੁਸੀਂ ਹੁਣ ਉਹਨਾਂ ਦੇ ਨਾਲ ਜੰਗ ਕਰਨ ਤੋਂ ਹਟ ਜਾਵੋ। ਨਾਏ ਤਾਂ ਭੀਮ ਚੰਦ ਕੇ ਕਰ ਲੋ। ਅਰ ਨਹੀਂ ਤੇ ਜੇਕਰ ਉਹ ਅੱਗੇ ਹੋ ਕੇ ਲੜਨਾ ਕਰਦੇ ਤਾਂ ਫਿਰ ਭੀਮ ਚੰਦ ਦੀ ਰਾਜਧਾਨੀ ਸੀ ਜਿੱਥੇ, ਉਥੋਂ ਤੱਕ ਮਾਰ ਮਚਾਉਂਦੇ ਹੋਏ ਸਿੰਘਾਂ ਨੇ ਪਹੁੰਚ ਜਾਣਾ ਸੀ। ਲੂਟਨ ਮਾਰਨ ਬਨੇ ਸੋ ਦਰ ਲੋ। ਅਰ ਉਥੋਂ ਤੱਕ ਜਿੱਥੋਂ ਤੱਕ ਭੀਮ ਚੰਦ ਦੀ ਰਾਜਧਾਨੀ ਹੈ ਉਥੋਂ ਤੱਕ ਇਹਨਾਂ ਦੇ ਉੱਪਰ ਮਾਰ ਮਚਾਉਣੀ ਚਾਹੀਦੀ ਸੀ। ਅਰ ਜੇਕਰ ਇਹ ਅੱਗੇ ਹੋ ਕੇ ਲੜਦੇ ਰਹਿੰਦੇ, ਪਰ ਹੁਣ ਜੇਕਰ ਇਹ ਇਸ ਜੰਗ ਤੋਂ ਹਾਰ ਖਾ ਕੇ ਪਿੱਛੇ ਦੌੜ ਚੱਲੇ ਹਨ ਤਾਂ ਇਹਨਾਂ ਨੂੰ ਮਾਰਨਾ ਠੀਕ ਨਹੀਂ ਹੈ। ਅਬ ਆਗੇ ਜਾਨੋ ਨੇ ਬਨੇ। ਤਾਂ ਗੁਰੂ ਮਹਾਰਾਜ ਜੀਆਂ ਦੇ ਸਿੰਘਾਂ ਨੇ ਦੱਸਿਆ ਕਿ ਹੁਣ ਅੱਗੇ ਜਾਣਾ ਨਹੀਂ ਬਣਦਾ। ਭਾਗੇ ਕੋ ਨਾਨ ਰਿਪਹਨ। ਸਤਿਗੁਰਾਂ ਦਾ ਹੁਕਮ ਹੈ ਕਿ ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਕਰਕੇ ਉਸ ਨੂੰ ਨਾ ਮਾਰਿਆ ਜਾਵੇ। ਵਾਹਿਗੁਰੂ ਜੀ ਕੀ ਕਹਿ ਫਤਿਹ। ਤਾਂ ਉਸੇ ਸਥਾਨ ਤੋਂ ਗੁਰੂ ਕੇ ਯੋਧੇ ਸੂਰਮੇ ਗੁਰੂ ਕੀ ਫਤਿਹ ਜਕਾਰੇ ਬੁਲਾਉਂਦੇ ਹਨ। ਗਰਜੇ ਧੁਨ ਉੱਚੀ ਤੇ ਅਤੇ। ਉੱਚੀਆਂ ਧੁਨੀਆਂ ਦੇ ਨਾਲ, ਉੱਚੀਆਂ ਆਵਾਜ਼ਾਂ ਦੇ ਨਾਲ ਗੁਰੂ ਕੀ ਫਤਿਹ ਅਰ ਫਤਿਹ ਦੇ ਜਕਾਰੇ ਬੁਲਾਉਂਦੇ ਹੋਏ ਸਿੰਘ ਵਾਪਸ ਆਉਂਦੇ ਹਨ। ਕਿਤਕ ਤੁਰੰਗ ਲੂਟ ਕਰ ਲਿਆਏ। ਅਰ ਕਿੰਨੇ ਕੁ ਘੋੜੇ ਇਹਨਾਂ ਪਹਾੜੀਆਂ ਦੇ ਇਸ ਸਥਾਨ ਤੇ ਹੀ ਰਹਿ ਗਏ ਸਨ। ਆਯੁਧ ਛੀਨੇ ਸਤਰ ਪਲਾਏ। ਤਾਂ ਬਹੁਤ ਸਾਰੇ ਪਹਾੜੀਆਂ ਦੇ ਸ਼ਸਤਰ ਇਹ ਵੀ ਇਹਨਾਂ ਤੋਂ ਖੋਹ ਲਏ ਗਏ ਸਨ। ਹਟ ਆਏ ਵੱਡ ਭਜਤ ਨਗਾਰੇ। ਗੁਰੂ ਕੇ ਯੋਧੇ ਸੂਰਮੇ ਉੱਚੀ ਉੱਚੀ ਫਤਿਹ ਬੁਲਾਉਂਦੇ ਹੋਏ, ਫਤਿਹ ਦੇ ਜਕਾਰੇ ਬੁਲਾਉਂਦੇ ਹੋਏ
ਨਗਾਰੇ ਵਜਾਉਂਦੇ ਹੋਏ ਵਾਪਸ ਆਉਂਦੇ ਹਨ। ਪੁਨ ਸੁਖੇ ਨੀ ਸਤਰ ਸਿਧਾਰੇ। ਤਾਂ ਫਿਰ ਉਸ ਤੋਂ ਬਾਅਦ ਜੋ ਭੀਮ ਚੰਦ ਦੀਆਂ ਬਾਕੀ ਫੌਜਾਂ ਸਨ ਉਹ ਬੜੇ ਸੌਖੇ ਤਰੀਕੇ ਦੇ ਨਾਲ ਵਾਪਸ ਜਾਂਦੇ ਹਨ। ਜਹ ਕਹੇ ਪੁਰਗ੍ਰਾਮਨ ਮੈਂ ਰੋਰਾ। ਤਾਂ ਉਧਰ ਪਹਾੜੀ ਇਲਾਕੇ ਦੇ ਵਿੱਚ ਜਿੱਥੇ ਕਿਤੇ ਹੋਰੀਆਂ ਗ੍ਰਾਮਾਂ ਦੇ ਵਿੱਚ ਪਿੰਡਾਂ ਨਗਰਾਂ ਦੇ ਵਿੱਚ ਰੌਲਾ ਪਿਆ ਹੋਇਆ ਸੀ। ਪੀਟਨ ਰੁਦਨ ਹੋਤ ਸਭ ਠੋਰਾ। ਤਾਂ ਪਹਾੜੀ ਇਲਾਕੇ ਦੇ ਵਿੱਚ ਘਰ ਘਰ ਦੇ ਵਿੱਚੋਂ ਰੋਣ ਦੀਆਂ ਆਵਾਜ਼ਾਂ, ਪਿੱਟਣ ਦੀਆਂ ਆਵਾਜ਼ਾਂ ਆਉਂਦੀਆਂ ਸਨ, ਕਿਉਂਕਿ ਭੀਮ ਚੰਦ ਬੜੀ ਭਾਰੀ ਸੈਨਾ ਲੈ ਕੇ ਆਇਆ ਸੀ। ਤਕਰੀਬਨ 3 ਲੱਖ ਦੀ ਸੈਨਾ ਲੈ ਕੇ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਨਾਲ ਯੁੱਧ ਕਰਦਾ ਸੀ। ਤਾਂ ਇਸ ਕਾਫੀ ਲੰਮਾ ਸਮਾਂ ਯੁੱਧ ਚੱਲਦਾ ਰਿਹਾ, ਜੰਗ ਚੱਲਦਾ ਰਿਹਾ। ਤਾਂ ਪਹਾੜੀਆਂ ਦੀਆਂ ਬੜੀਆਂ ਫੌਜਾਂ ਮਾਰੀਆਂ ਗਈਆਂ ਸਨ, ਬੜੀ ਭਾਰੀ ਗਿਣਤੀ ਦੇ ਵਿੱਚ ਪਹਾੜੀ ਫੌਜਾਂ ਮਾਰੀਆਂ ਗਈਆਂ ਸਨ। ਕਿਸੇ ਦਾ ਭਰਾ ਮਾਰਿਆ ਗਿਆ, ਕਿਸੇ ਦਾ ਪੁੱਤ, ਕਿਸੇ ਦਾ ਪਿਓ ਮਾਰਿਆ ਗਿਆ। ਇਸ ਤਰ੍ਹਾਂ ਸਾਰੇ ਹੀ ਪਹਾੜੀ ਇਲਾਕੇ ਦੇ ਵਿੱਚ ਬੜੀ ਸ਼ੋਕ ਦੀ ਲਹਿਰ ਫੈਲ ਚੁੱਕੀ ਸੀ। ਭੀਮ ਚੰਦ ਸੁਨ ਸੁਨ ਪਛਾਵਤ। ਤਾਂ ਭੀਮ ਚੰਦ ਸਾਰੇ ਇਲਾਕੇ ਦੀ ਵਾਰਤਾ ਸੁਣ ਸੁਣ ਕੇ ਬੜਾ ਪਛਤਾਉਂਦਾ ਹੈ ਕਿ ਮੈਂ ਕਾਹਨੂੰ ਐਵੇਂ ਜਾ ਕੇ ਗੁਰੂ ਜੀਆਂ ਦੇ ਨਾਲ ਐਡਾ ਵੱਡਾ ਜੰਗ ਛੇੜਨਾ ਸੀ। ਚਿਤਵਤ ਚਿੰਤਾ ਬਹੁ ਦੁਖ ਪਾਵਤ। ਇਸੇ ਹੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਭੀਮ ਚੰਦ ਬੜਾ ਦੁੱਖ ਪਾਉਂਦਾ ਹੈ, ਝੂਰਦਾ ਹੈ ਕਿ ਮੈਂ ਵਿਅਰਥ ਹੀ ਐਨੀ ਸੈਨਾ ਲੈ ਕੇ ਗਿਆ। ਜਿਸ ਕਾਰਜ ਦੇ ਵਾਸਤੇ ਗਿਆ ਉਹ ਕੰਮ ਤੇ ਮੇਰਾ ਸਬਰਿਆ ਨਹੀਂ ਹੈ। ਪਹੁੰਚਿਓ ਤਬ ਆਪਣੀ ਰਜਧਾਨੀ। ਤਾਂ ਇਸ ਤਰ੍ਹਾਂ ਝੂਰਦਾ ਹੋਇਆ ਭੀਮ ਚੰਦ ਆਪਣੀ ਰਾਜਧਾਨੀ ਦੇ ਵਿੱਚ ਪਹੁੰਚ ਜਾਂਦਾ ਹੈ। ਹੋਰਾ ਪਇਓ ਬਹੁਤ ਅਭਮਾਨੀ। ਤੇ ਬੜਾ ਅਭਿਮਾਨੀ ਸੀ, ਬੜਾ ਹੰਕਾਰੀ ਸੀ। ਹੁਣ ਹੌਲਾ ਜਿਹਾ ਹੋ ਕੇ ਆਪਣੀ ਰਾਜਧਾਨੀ ਦੇ ਵਿੱਚ ਜਾਂਦਾ ਹੈ। ਇਤ ਗੁਰ ਨਿਕਟ ਖਾਲਸਾ ਆਇਓ। ਤੇ ਇਧਰ ਗੁਰੂ ਕੇ ਯੋਧੇ ਸੂਰਮੇ ਫਤਿਹ ਦੇ ਜਕਾਰੇ ਬੁਲਾਉਂਦੇ ਹੋਏ, ਜਿੱਤ ਦੇ ਨਗਾਰੇ ਵਜਾਉਂਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ। ਫਤਿਹ ਪਾਏ ਕਰ ਬਹੁ ਹਰ ਖਾਇਓ। ਔਰ ਇਸ ਜੰਗ ਨੂੰ ਜਿੱਤ ਕੇ ਗੁਰੂ ਕੇ ਯੋਧੇ ਸੂਰਮੇ ਬੜੇ ਖੁਸ਼ ਪ੍ਰਸੰਨ ਹਨ। ਸ਼ਸਤਰਨ ਸਹਿਤ ਸੋ ਦਰਸ਼ਨ ਦੇਖਾ। ਤਾਂ ਸ਼ਸਤਰਾਂ ਦੇ ਸਮੇਤ ਹੀ ਇਸੇ ਤਰ੍ਹਾਂ ਯੋਧੇ ਸੂਰਮੇ ਵਾਲੇ ਵਸਤਰ ਪਹਿਨੇ ਹੋਏ ਹਨ ਅਤੇ ਗੁਰੂ ਕੇ ਹਾਜ਼ਰ ਹੋ ਕੇ ਗੁਰੂ ਕੇ ਦਰਸ਼ਨ ਕਰਦੇ ਹਨ। ਕਿਰਪਾ ਦ੍ਰਿਸ਼ਟ ਗੁਰ ਕਰੀ ਵਿਸੇਖਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਾਰੇ ਯੋਧੇ ਸੂਰਮਿਆਂ ਦੇ ਉੱਪਰ ਬੜੀ ਕਿਰਪਾ ਦੀ ਦ੍ਰਿਸ਼ਟੀ ਪਾਈ। ਪਦ ਅਰਬਿੰਦਨ ਪਰ ਸਿਰ ਤਰ ਤਰ। ਗੁਰੂ ਕੇ ਯੋਧੇ ਸੂਰਮੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਤੇ ਆਪਣਾ ਸੀਸ ਰੱਖ ਰੱਖ ਕੇ ਬਾਰੋ ਬਾਰੀ ਨਮਸਕਾਰਾਂ ਕਰੀ ਜਾਂਦੇ ਹਨ। ਥਿਰਿਓ ਖਾਲਸਾ ਬੰਦਨ ਕਰ ਕਰ। ਔਰ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰ ਕਰਕੇ ਸਾਰੇ ਯੋਧੇ ਸੂਰਮੇ ਸਤਿਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਸਨਮੁਖ ਖੜੇ ਹੁੰਦੇ ਹਨ। ਸ਼ਵ ਦਿਸ਼ ਦੇਖਤ ਪ੍ਰਭੂ ਉਚਾਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਭ ਸਿੰਘਾਂ ਦੇ ਵੱਲ ਦੇਖ ਕੇ ਉਚਾਰਨ ਕੀਤਾ। ਜਬ ਜਾਣੇ ਰਿਪ ਕੋ ਭਜਹਾਰਾ। ਸਤਿਗੁਰੂ ਮਹਾਰਾਜ ਇਹਨਾਂ ਯੋਧੇ ਸੂਰਮਿਆਂ ਦੇ ਵੱਲ ਦੇਖ ਕੇ ਬਚਨ ਕਰਦੇ ਹਨ ਕਿ ਭਾਈ ਦੇਖੋ, ਜਦੋਂ ਆਪਾਂ ਇਹ ਦੇਖ ਲਿਆ ਕਿ ਆਪਣਾ ਦੁਸ਼ਮਣ ਬੈਰੀ ਉਹ ਹਾਰ ਖਾ ਕੇ ਹੁਣ ਪਿੱਛੇ ਭੱਜ ਚੱਲਿਆ ਹੈ, ਤਬ ਤਨ ਗੈਲ ਨਾ ਪਰੈ ਕਦਾਈ। ਤਾਂ ਫਿਰ ਉਹਨਾਂ ਦੀ ਗੈਲ ਨਾ ਪਾਓ, ਉਹਨਾਂ ਦਾ ਪਿੱਛਾ ਨਾ ਕਰੋ। ਇਸ ਗੱਲ ਨੂੰ ਧਿਆਨ ਦੇ ਨਾਲ ਸਮਝਣਾ ਕਰੋ। ਅਹੀ ਨੀਤ ਸੁਭ ਲਰਨ ਬਤਾਈ। ਸਤਿਗੁਰੂ ਕਹਿਣ ਲੱਗੇ ਕਿ ਸਿਆਣੇ ਪੁਰਸ਼ਾਂ ਦੀ ਇਹੀ ਨੀਤੀ ਹੁੰਦੀ ਹੈ। ਸਿਆਣੇ ਪੁਰਸ਼ਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਦੁਸ਼ਮਣ ਪਿੱਠ ਦਿਖਾ ਕੇ ਭੱਜ ਚੱਲਿਆ ਹੈ ਤਾਂ ਫਿਰ ਉਹਨਾਂ ਦਾ ਪਿੱਛਾ ਨਾ ਕੀਤਾ ਜਾਵੇ। ਸ਼ਸਤਰ ਗਏ ਰਿਪ ਸਨਮੁਖ ਹੋਏ। ਤਾਂ ਜੇਕਰ ਦੁਸ਼ਮਣ ਹੁਣ ਸ਼ਸਤਰਾਂ ਨੂੰ ਫੜ ਕੇ ਸਾਹਮਣੇ ਖੜ ਜਾਂਦਾ ਹੈ, ਤਿਸ ਕੋ ਪ੍ਰਿਸ਼ਟੀ ਦੇ ਨਾ ਕੋਏ। ਤੇ ਜੇਕਰ ਦੁਸ਼ਮਣ ਸ਼ਸਤਰ ਲੈ ਕੇ ਸਾਹਮਣੇ ਖੜਾ ਹੈ ਮੁਕਾਬਲਾ ਕਰਨ ਦੇ ਵਾਸਤੇ, ਤੇ ਉਸ ਟਾਈਮ ਕਦੇ ਵੀ ਯੋਧਾ ਸੂਰਮਾ ਉਹਨਾਂ ਨੂੰ ਪਿੱਠ ਦਿਖਾ ਕੇ ਦੌੜਨਾ ਨਹੀਂ ਚਾਹੀਦਾ। ਔਰ ਜੇਕਰ ਦੁਸ਼ਮਣ ਸਾਹਮਣੇ ਹੈ ਫਿਰ ਭੱਜਣਾ ਨਹੀਂ ਚਾਹੀਦਾ, ਦੌੜਨਾ ਨਹੀਂ ਚਾਹੀਦਾ। ਜੇਕਰ ਦੁਸ਼ਮਣ ਦੌੜ ਜਾਵੇ ਫਿਰ ਉਸ ਦਾ ਪਿੱਛਾ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦੇ ਵਚਨ ਸਤਿਗੁਰੂ
ਆਪਣੇ ਯੋਧੇ ਸੂਰਮਿਆਂ ਨੂੰ ਸੁਣਾ ਰਹੇ ਹਨ ਧਰਮ ਜੁਦ ਕੋ ਨਿਤ ਅਨਰਾਗੋ ਅਤੇ ਧਰਮ ਦੇ ਯੁੱਧ ਦੇ ਵਿੱਚ ਹਮੇਸ਼ਾ ਪਿਆਰ ਪ੍ਰੇਮ ਰੱਖਣਾ ਚਾਹੀਦਾ ਹੈ। ਭਲੇ ਨਰਨ ਕੇ ਮੰਗ ਕੋ ਲਾਗੋ ਭਲੇ ਪੁਰਸ਼ਾਂ ਦੇ ਰਸਤਿਆਂ ਦੇ ਉੱਪਰ ਚੱਲਣਾ ਚਾਹੀਦਾ ਹੈ। ਸਿੱਖੀ ਤਰੋ ਸਿਦਕ ਨਿਹਾਰੋ ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਦੱਸਿਆ ਕਿ ਸਿੱਖੀ ਨੂੰ ਧਾਰਨ ਕਰਕੇ ਆਪਣੇ ਸਿਦਕ ਦੇ ਵਿੱਚ ਪਰਪੱਕ ਰਹਿਣਾ ਠੀਕ ਹੈ। ਸਤਨਾਮ ਜਪ ਜਨਮ ਸੁਧਾਰੋ ਔਰ ਆਪਣੇ ਸਿਦਕ ਦੇ ਵਿੱਚ ਪਰਪੱਕ ਰਹਿ ਕੇ ਪੱਕੇ ਰਹਿ ਕੇ ਉਸ ਵਾਹਿਗੁਰੂ ਦਾ ਨਾਮ ਜਪਦੇ ਹੋਏ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹੋਏ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲਿਆ ਜਾਵੇ। ਕਰ ਹੈ ਰਾਜ ਖਾਲਸਾ ਮੇਰਾ ਸਮੇਂ ਦੇ ਅਨੁਸਾਰ ਮੇਰੇ ਖਾਲਸੇ ਨੇ ਇਸ ਧਰਤੀ ਦਾ ਰਾਜ ਕਰਨਾ ਹੈ। ਸਭਨ ਪਰ ਹਵੇ ਬਲੀ ਬਡੇਰਾ ਸਾਰਿਆਂ ਦੇ ਉੱਪਰ ਬਲੀ ਗੁਰੂ ਕੇ ਸਿੰਘਾਂ ਨੇ ਹੋ ਜਾਣਾ ਹੈ। ਸ੍ਰੀ ਅਸਕੇਤ ਕਾਲਕਾ ਮਾਈ ਤਾਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਖਾਲਸਾ ਪੰਥ ਰਚਿਆ ਗਿਆ ਸੀ। ਹੋਏ ਹੈ ਤੁਮਰੇ ਸਦਾ ਸਹਾਈ ਸਤਿਗੁਰਾਂ ਬਹੁਤ ਸਾਰੇ ਵਚਨ ਸੁਣਾਏ ਕਿ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਇਹ ਖਾਲਸਾ ਪੰਥ ਰਚਿਆ ਗਿਆ ਤੇ ਉਸ ਅਕਾਲ ਪੁਰਖ ਨੇ ਆਪ ਹੀ ਤੁਹਾਡੀ ਰੱਖਿਆ ਸਹਾਇਤਾ ਕਰਨੀ ਹੈ। ਇਮ ਕੇ ਕਰ ਸੁਭ ਬਚਨ ਬਿਲਾਸਾ ਇਸ ਤਰ੍ਹਾਂ ਦੇ ਸ਼ੁਭ ਬਚਨ ਵਿਲਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਯੋਧੇ ਸੂਰਮਿਆਂ ਨੂੰ ਸੁਣਾਉਣਾ ਕੀਤੇ। ਫਤਿਹ ਲਈ ਕਰ ਸ਼ਤਰੂ ਵਿਨਾਸ਼ਾ ਔਰ ਸ਼ਤਰੂਆਂ ਦਾ ਦੁਸ਼ਮਣਾਂ ਦਾ ਨਾਸ ਕਰਕੇ ਇਸ ਜੰਗ ਦੇ ਵਿੱਚ ਵੀ ਫਤਿਹ ਪ੍ਰਾਪਤ ਕਰ ਲਈ ਹੈ। ਕਾਇਲ ਸਭ ਹੋਏ ਸਵਧਾਨਾ ਤਾਂ ਜਿਹੜੇ ਇਸ ਜੰਗ ਦੇ ਵਿੱਚ ਜ਼ਖਮੀ ਹੋ ਗਏ ਸਨ ਤਾਂ ਉਹ ਵੀ ਰਾਜੀ ਠੀਕ ਹੋ ਜਾਂਦੇ ਹਨ। ਸਾਲ ਪੱਤਰ ਦੇ ਸੁਖ ਕੋ ਠਾਨਾ ਸਾਲ ਪੱਤਰ ਦੇ ਕੇ ਸਤਿਗੁਰੂ ਮਹਾਰਾਜ ਜੀਆਂ ਨੇ ਸਭ ਦੇ ਜੋ ਜ਼ਖਮ ਦੂਰ ਕਰ ਦਿੱਤੇ ਜਿਹੜੇ ਜ਼ਖਮੀ ਹੋਏ ਸਨ ਇਸ ਜੰਗ ਦੇ ਵਿੱਚ। ਜੁਦ ਖਾਲਸੇ ਕੋ ਇਹ ਪੜੈ ਤਾਂ ਅੱਗੇ ਕਵੀ ਜੀ ਕਹਿੰਦੇ ਕਿ ਇਹ ਖਾਲਸੇ ਦਾ ਪਹਾੜੀਆਂ ਦੇ ਨਾਲ ਜੋ ਜੰਗ ਹੋਇਆ ਯੁੱਧ ਹੋਇਆ ਜੋ ਇਸ ਜੰਗ ਨੂੰ ਪੜ੍ਹੇਗਾ ਕਿਦੋਂ ਸੁਨਾਏ ਸੁਨੇ ਸੁਖ ਬੜੈ ਜਾਂ ਕਰ ਦੂਸਰੇ ਨੂੰ ਸੁਣਾਵੇਗਾ ਜਾਂ ਇਹ ਜੰਗ ਦੀ ਵਾਰਤਾ ਕੋਈ ਖੁਦ ਪੜ੍ਹੇਗਾ ਗੁਰ ਕੋ ਸਦਕ ਹਿਰਦੈ ਮਹਿ ਪਾਵੈ ਤਾਂ ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਕੀ ਸਿੱਖੀ ਸਿਦਕੀ ਪ੍ਰਾਪਤ ਹੋ ਜਾਵੇਗੀ। ਕਵੀ ਜੀ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਹਨ ਕਿ ਜੋ ਪਹਾੜੀਆਂ ਦੇ ਨਾਲ ਗੁਰੂ ਕੇ ਯੋਧੇ ਸੂਰਮਿਆਂ ਦਾ ਜੰਗ ਹੋਇਆ ਇਸ ਜੰਗ ਦੀ ਵਾਰਤਾ ਨੂੰ ਕੋਈ ਪੜ੍ਹੇਗਾ ਭਾਵੇਂ ਕੋਈ ਸੁਣੇਗਾ ਜਾਂ ਸੁਣਾਵੇਗਾ ਉਹਨਾਂ ਨੂੰ ਗੁਰੂ ਕੀ ਸਿੱਖੀ ਪ੍ਰਾਪਤ ਹੋਵੇਗੀ ਸਿੱਖੀ ਸਿਦਕ ਪ੍ਰਾਪਤ ਹੋ ਜਾਵੇਗਾ। ਹੁਣ ਅੱਗੇ ਜਿਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਯੋਧੇ ਸੂਰਮਿਆਂ ਨੇ ਇਹਨਾਂ ਪਹਾੜੀਆਂ ਤੇ ਹੁਣ ਫਤਿਹ ਪ੍ਰਾਪਤ ਕਰ ਲਈ ਹੈ। ਅੱਗੇ ਹੋਰ ਜੋ ਵਿਚਾਰ ਕਰਨੀ ਹੈ ਉਸ ਵਿਚਾਰ ਦਾ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਗੁਰ ਕੋ ਸਿਦਕ ਹਿਰਦੈ ਮੈਂ ਪਾਵੈ ਜਨਮ ਮਰਨ ਕੀ ਕੁਮਤ ਮਿਟਾਵੈ ਗੁਰ ਕੋ ਸਿਦਕ ਹਿਰਦੈ ਮੈਂ ਪਾਵੈ ਜਨਮ ਮਰਨ ਕੀ ਕੁਮਤ ਮਿਟਾਵੈ हे अच्युत हे पार ब्रह्म अविनाशी अगना।